हेलो स्टूडेंट्स, गुड मॉर्निंग एवरीवन। हाँ जी प्यारे विद्यार्थियों, ਅੱਜ ਅਸੀਂ ਲੈਂਗੁਏਜ ਬੁੱਕ ਦਾ ਚੈਪਟਰ ਨੰਬਰ 3 ਅੱਖਰ ਜਾਂ ਵਰਨਬੋਧ, ਜਿਸ ਨੂੰ ਇੰਗਲਿਸ਼ ਵਿੱਚ ਆਰਥੋਗ੍ਰਾਫੀ ਕਹਿੰਦੇ ਆ, ਅਸੀਂ ਉਸ ਬਾਰੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅੱਖਰ ਜਾਂ ਵਰਨਬੋਧ ਕਿ ਅੱਖਰ ਜਾਂ ਵਰਨ ਕੀ ਹੁੰਦੇ ਨੇ, ਕਿੰਨੇ ਹੁੰਦੇ ਨੇ। ਅੱਖਰ ਜਾਂ ਵਰਨ ਅਸੀਂ ਕਿਸ ਨੂੰ ਕਹਿੰਦੇ ਆ? ਜਿਸ ਰਾਹੀਂ ਅਸੀਂ ਅੱਖਰਾਂ, ਵਰਨਾਂ, ਲਗਾਖਰਾਂ ਅਤੇ ਸ਼ਬਦ ਜੋੜਾਂ ਦੀ ਨਿਯਮਾਂ ਦੀ ਜਾਣਕਾਰੀ ਸਿੱਖਦੇ ਹਾਂ। ਅੱਖਰ ਜਾਂ ਵਰਨ ਅਸੀਂ ਕਿਸ ਨੂੰ ਕਹਿੰਦੇ ਹਾਂ ਕਿ ਜਦੋਂ ਅਸੀਂ ਭਾਸ਼ਾ ਨੂੰ ਲਿਖਦੇ ਹਾਂ, ਦੇਖੋ ਅਸੀਂ ਭਾਸ਼ਾ ਨੂੰ ਬੋਲਦੇ ਵੀ ਹਾਂ, ਭਾਸ਼ਾ ਨੂੰ ਅਸੀਂ ਦੋ ਤਰੀਕਿਆਂ ਨਾਲ ਪ੍ਰਗਟ ਕਰਦੇ ਹਾਂ, ਲਿਖਤੀ ਰੂਪ ਵਿੱਚ ਅਤੇ ਬੋਲਚਾਲ ਰੂਪ ਵਿੱਚ। ਜਦੋਂ ਅਸੀਂ ਭਾਸ਼ਾ ਨੂੰ ਲਿਖਤੀ ਰੂਪ ਪ੍ਰਦਾਨ ਕਰਦੇ ਹਾਂ ਤਾਂ ਸਾਨੂੰ ਲਿਪੀ ਦੀ ਜ਼ਰੂਰਤ ਪੈਂਦੀ ਹੈ। ਉਸ ਲਿਪੀ ਨੂੰ ਲਿਖਣ ਲਈ ਕੁਝ ਚਿੰਨ੍ਹ ਵਰਤੇ ਜਾਂਦੇ ਨੇ, ਉਹਨਾਂ ਚਿੰਨ੍ਹਾਂ ਨੂੰ ਅਸੀਂ ਅੱਖਰ ਜਾਂ ਵਰਨ ਕਹਿੰਦੇ ਹਾਂ। ਜੋ ਦੇਖੋ ਅੱਖਰ ਜਾਂ ਵਰਨ ਊੜਾ ਤੋਂ ਲੈ ਕੇ ਲੱਲਾ ਪੈਰ ਬਿੰਦੀ ਤੱਕ, ਇਹ ਸਾਡੇ ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਨੇ? 41 ਅੱਖਰ ਨੇ। ਇਹਨਾਂ ਨੂੰ ਅੱਗੇ 4 ਵਰਗਾਂ ਵਿੱਚ ਵੰਡਿਆ ਹੋਇਆ ਹੈ: ਮੁੱਖ ਵਰਗ, ਕ ਵਰਗ, ਚ ਵਰਗ, ਟ ਵਰਗ, ਤ ਵਰਗ, ਪ ਵਰਗ, ਅੰਤਮ ਵਰਗ ਅਤੇ ਨਵੀਨ ਵਰਗ। ਉਸ ਤੋਂ ਬਾਅਦ ਸੈਕਿੰਡ ਪੁਆਇੰਟ ਹੈ ਅੱਖਰ ਜਾਂ ਵਰਨ ਦੇ ਪ੍ਰਕਾਰ। ਅੱਖਰ ਜਾਂ ਵਰਨ ਦੋ ਕਿਸਮ ਦੇ ਹੁੰਦੇ ਨੇ, ਇੱਕ ਹੁੰਦੇ ਆ ਸਵਰ ਤੇ ਦੂਸਰਾ ਵਿਅੰਜਨ। ਸਵਰ ਕੀ ਹੁੰਦੇ ਨੇ? ਕਿ ਜਦੋਂ ਅਸੀਂ ਸਵਰ ਊੜਾ, ਆੜਾ, ਈੜੀ, 3 ਸਾਡੇ ਮੁੱਖ ਸਵਰ ਨੇ, ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ, ਜਦੋਂ ਅਸੀਂ ਇਹਨਾਂ ਨੂੰ ਬੋਲਦੇ ਹਾਂ ਤਾਂ ਇਹਨਾਂ ਅੱਖਰਾਂ ਦੇ ਉਚਾਰਨ ਕਰਨ ਸਮੇਂ ਸਾਹ ਮੂੰਹ ਪੋਲ ਵਿੱਚੋਂ ਬਿਨਾਂ ਕਿਸੇ ਨਾਲ ਟਕਰਾਏ ਬਾਹਰ ਨਿਕਲ ਜਾਵੇ। ਮੀਨਸ ਕਿ ਜਦੋਂ ਅਸੀਂ ਇਹਨਾਂ ਅੱਖਰਾਂ ਦਾ ਉਚਾਰਨ ਕਰਦੇ ਹਾਂ ਤਾਂ ਅਸੀਂ ਬਿਨਾਂ ਸਾਹ ਰੋਕੇ ਇਸ ਨੂੰ ਕੰਟੀਨਿਊ ਲਗਾਤਾਰ ਬੋਲਦੇ ਹਾਂ। ਜਿਵੇਂ ਊੜਾ, ਆੜਾ, ਈੜੀ, ਤਾਂ ਅਸੀਂ ਇਹਨਾਂ ਨੂੰ ਬਿਨਾਂ ਸਾਹ ਰੋਕੇ ਬੋਲਦੇ ਹਾਂ। ਇਹ 3 ਹੁੰਦੇ ਨੇ, ਊੜਾ, ਆੜਾ, ਈੜੀ, 3 ਮੁੱਖ ਸਵਰ। ਇਹ ਜਿਹੜੇ 3 ਸਵਰ ਨੇ, ਇਹਨਾਂ ਦੇ ਨਾਲ ਅਸੀਂ ਜਦੋਂ ਚਿੰਨ੍ਹ ਵਰਤਦੇ ਹਾਂ, ਜਦੋਂ ਅਸੀਂ ਇਹਨਾਂ ਦੇ ਨਾਲ ਚਿੰਨ੍ਹ ਵਰਤਦੇ ਹਾਂ ਤਾਂ ਉਹ ਕੀ ਬਣ ਜਾਂਦੀ ਹੈ? ਸਵਰ ਮੁਹਾਰਨੀ ਬਣ ਜਾਂਦੀ ਹੈ। ਕੀ ਬਣ ਜਾਂਦੀ ਹੈ? ਸਵਰ ਮੁਹਾਰਨੀ। ਦੇਖੋ ਇੱਕ ਲਾਈਨ ਵਿੱਚ ਅੱਖਰ ਲਿਖੇ ਨੇ ਈ, ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਦੋਂ ਚਿੰਨ੍ਹ ਲੱਗਦਾ, ਉਸ ਤੋਂ ਬਾਅਦ ਉਸ ਦੀ ਆਵਾਜ਼ ਉਸ ਦੇ ਬਰਾਬਰ ਹੁੰਦੀ ਹੈ। ਕਿ ਦੇਖੋ ਜੋ ਅੱਖਰ ਹੈ ਉਸ ਦੀ ਜੋ ਸਵਰ ਮੁਹਾਰਨੀ ਹੈ ਉਸ ਦਾ ਕੋਈ ਲਗਾ ਨਹੀਂ ਹੁੰਦੀ, ਦੀ ਕੋਈ ਲਗਾ ਨਹੀਂ ਹੁੰਦੀ, ਮੀਨਸ ਕੋਈ ਚਿੰਨ੍ਹ ਨਹੀਂ ਹੁੰਦਾ। ਲਗਾ ਦਾ ਨਾਮ ਹੈ ਮੁਕਤਾ। ਉਸ ਤੋਂ ਬਾਅਦ ਹੈ ਆ ਦਾ ਕੀ ਚਿੰਨ੍ਹ ਹੈ? ਕੰਨਾ, ਔਰ ਲਗਾ ਦਾ ਨਾਮ ਕੰਨਾ। ਫਿਰ ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ, ਜਿਹੜੀਆਂ 9 ਲਗਾ ਨੇ ਉਹਨਾਂ ਦਾ ਚਿੰਨ੍ਹ ਹੁੰਦਾ। ਔਰ ਜੋ ਸਾਡੀ ਪਹਿਲੀ ਲਗ ਹੈ ਮੁਕਤਾ, ਉਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ, ਉਸ ਦੀ ਆਵਾਜ਼ ਹੈ ਜੋ ਉਹ ਦੇ ਬਰਾਬਰ ਹੁੰਦੀ ਹੈ। ਤਾਂ ਜੋ ਸਾਡੀ ਇਹ ਸਵਰ ਮੁਹਾਰਨੀ ਹੈ, ਅਸੀਂ ਇਸ ਦਾ ਉਚਾਰਨ ਕਿਵੇਂ ਕਰਦੇ ਹਾਂ? ਆ, ਈ, ਊ, ਏ, ਐ, ਓ। ਉਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਸੈਕਿੰਡ ਨੰਬਰ ਵਿਅੰਜਨ। ਵਿਅੰਜਨ ਕੀ ਹੁੰਦੇ ਨੇ? ਜਿਨ੍ਹਾਂ ਅੱਖਰਾਂ ਨੂੰ ਬੋਲਣ ਸਮੇਂ ਅਸੀਂ ਇਹਨਾਂ ਅੱਖਰਾਂ ਦਾ ਉਚਾਰਨ ਕਰਨ ਸਮੇਂ ਕਿਹੜੇ ਅੱਖਰ? ਸੱਸਾ ਤੋਂ ਲੈ ਕੇ ਲੱਲਾ ਪੈਰ ਬਿੰਦੀ ਤੱਕ ਸਾਡੇ 38 ਵਿਅੰਜਨ ਨੇ। ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ ਤਾਂ ਉਸ ਸਮੇਂ ਸਾਡੀ ਜੋ ਜੀਭ ਹੈ ਉਹ ਕਦੀ ਦੰਦਾਂ ਦੇ ਅੰਦਰਲੇ ਹਿੱਸੇ ਨੂੰ ਛੂੰਹਦੀ ਹੈ, ਕਦੀ ਤਾਲੂ ਨਾਲ ਛੂੰਹਦੀ ਹੈ, ਕਦੇ ਬੁੱਲ ਆਪਸ ਦੇ ਵਿੱਚ ਜੁੜਦੇ ਹੈ, ਅਸੀਂ ਉਸ ਨੂੰ ਵਿਅੰਜਨ ਅੱਖਰ ਕਹਿੰਦੇ ਹਾਂ। ਸੱਸਾ ਤੋਂ ਲੱਲਾ ਪੈਰ ਬਿੰਦੀ ਤੱਕ 38 ਸਾਡੇ ਵਿਅੰਜਨ ਨੇ। ਉਸ ਤੋਂ ਬਾਅਦ ਹੈ ਵਿਅੰਜਨ ਅੱਗੇ 2 ਪ੍ਰਕਾਰ ਦੇ ਹੁੰਦੇ ਨੇ, ਅਨੁਨਾਸਕੀ ਜੋ 5 ਹੁੰਦੇ ਨੇ, ਤੇ ਸਧਾਰਨ ਜਿਨ੍ਹਾਂ ਨੂੰ ਅਸੀਂ ਦੁੱਤ ਅੱਖਰ ਬੋਲਦੇ ਹਾਂ। ਇਹ ਪੈਰੀ ਲੱਗਦੇ ਨੇ, ਰਾਰਾ, ਹਾਹਾ ਤੇ ਵਾਵਾ 3 ਹੁੰਦੇ ਨੇ। ਅਨੁਨਾਸਕੀ ਵਿਅੰਜਨ ਕਿਹੜੇ ਹੁੰਦੇ ਨੇ? ਜਦੋਂ ਅਸੀਂ ਇਹਨਾਂ ਅੱਖਰਾਂ ਦਾ ਉਚਾਰਨ ਕਰਦੇ ਹਾਂ, ਬੋਲਦੇ ਹਾਂ, ਤਾਂ ਆਵਾਜ਼ ਨੱਕ ਰਾਹੀਂ ਬਾਹਰ ਨਿਕਲਦੀ ਹੈ, ਥੋੜ੍ਹੀ ਜਿਹੀ ਗੁਣਗੁਣੀ ਆਵਾਜ਼ ਨਿਕਲਦੀ ਹੈ, ਨੱਕ ਰਾਹੀਂ ਆਵਾਜ਼ ਬਾਹਰ ਨਿਕਲਦੀ ਹੈ। ਇਹ 5 ਹੁੰਦੇ ਨੇ, ਅਈਆਂ, ਨਈਆਂ, ਨਾਨਾ, ਨੰਨਾ ਅਤੇ ਮੰਮਾ। ਜੋ ਦੁੱਤ ਅੱਖਰ ਨੇ ਇਹ ਅੱਧੇ ਰੂਪ ਵਿੱਚ ਪੂਰੇ ਅੱਖਰ ਦੇ ਪੈਰ ਵਿੱਚ ਲਗਾਏ ਜਾਂਦੇ ਨੇ। ਇਹ 3 ਹੁੰਦੇ ਨੇ, ਰਾਰਾ, ਹਾਹਾ ਅਤੇ ਵਾਵਾ। ਉਸ ਤੋਂ ਬਾਅਦ ਹੈ ਲਿਪੀ। ਲਿਪੀ ਕੀ ਹੁੰਦੀ ਹੈ? ਲਿਪੀ ਅੱਖਰਾਂ, ਲਗਾ ਮਾਤਰਾਵਾਂ ਅਤੇ ਲਗਾਖਰਾਂ ਨਾਲ ਮਿਲ ਕੇ ਬਣਦੀ ਹੈ। ਲਿਪੀ ਕੀ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਲਿਪੀ ਦੀ। ਹਰ ਇੱਕ ਭਾਸ਼ਾ ਦੀ ਆਪਣੀ ਆਪਣੀ
ਲਿਪੀ ਹੁੰਦੀ ਹੈ। ਜਿਵੇਂ ਦੇਖੋ ਸਾਡੀਆਂ ਭਾਸ਼ਾਵਾਂ ਨੇ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ। ਇਹਨਾਂ ਦੀਆਂ ਤਿੰਨਾਂ ਦੀਆਂ ਵੱਖਰੀਆਂ ਲਿਪੀਆਂ ਨੇ। ਹਿੰਦੀ ਦੀ ਲਿਪੀ ਦੇਵਨਾਗਰੀ, ਅੰਗਰੇਜ਼ੀ ਦੀ ਲਿਪੀ ਰੋਮਨ, ਪੰਜਾਬੀ ਦੀ ਲਿਪੀ ਗੁਰਮੁਖੀ। ਉਸ ਤੋਂ ਬਾਅਦ ਜੋ ਸਾਡੇ ਗੁਰਮੁਖੀ ਲਿਪੀ ਦੇ ਅੱਖਰ ਨੇ ਵਰਨਮਾਲਾ। ਵਰਨਮਾਲਾ ਕੀ ਹੁੰਦੀ ਹੈ ਕਿ ਜਿਹੜੇ ਸਾਡੇ ਗੁਰਮੁਖੀ ਲਿਪੀ ਦੇ ਇਹ 41 ਅੱਖਰ ਨੇ, ਜਦੋਂ ਅਸੀਂ ਇਹਨਾਂ ਨੂੰ ਇੱਕ ਵਿਸ਼ੇਸ਼ ਤਰਤੀਬ ਦੇ ਵਿੱਚ ਲਿਖਦੇ ਹਾਂ, ਸੀਕੁਐਂਸ ਵਾਈਜ਼ ਲਿਖਦੇ ਹਾਂ, ਪ੍ਰੋਪਰ ਵੇ ਨਾਲ ਲਿਖਦੇ ਹਾਂ, ਤਾਂ ਉਸ ਨੂੰ ਅਸੀਂ ਵਰਨਮਾਲਾ ਕਹਿੰਦੇ ਹਾਂ। ਵਰਨਮਾਲਾ ਨੂੰ 8 ਵਰਗਾਂ ਵਿੱਚ ਵੰਡਿਆ ਹੋਇਆ, ਇਹ ਆਪਾਂ ਨੇ ਪਹਿਲਾਂ ਪੜ੍ਹਿਆ ਕਿ ਵਰਨਮਾਲਾ ਨੂੰ 8 ਵਰਗਾਂ ਵਿੱਚ ਵੰਡਿਆ। ਮੁੱਖ ਵਰਗ, ਕ ਵਰਗ, ਚ ਵਰਗ, ਟ ਵਰਗ, ਤ ਵਰਗ, ਪ ਵਰਗ, ਅੰਤਮ ਵਰਗ ਅਤੇ ਨਵੀਨ ਵਰਗ। ਉਸ ਤੋਂ ਬਾਅਦ ਰਿਲੇਟਡ ਟੌਪਿਕ ਹੈ, ਪੁਆਇੰਟ ਹੈ ਲਗਾ ਮਾਤਰਾ। ਲਗਾ ਮਾਤਰਾ ਕੀ ਹੁੰਦੀਆਂ ਨੇ? ਇਹ ਸਾਡੀਆਂ ਲਗਾ ਮਾਤਰਾਵਾਂ 10 ਹੁੰਦੀਆਂ ਨੇ। 10 ਲਗਾ ਮਾਤਰਾਵਾਂ ਹੁੰਦੀਆਂ ਨੇ। ਕਿਹੜੀ ਕਹਿੰਦੇ ਕਿਹਨੂੰ ਨੇ ਕਿ ਲਗਾ ਉਹ ਸਵਰ ਚਿੰਨ੍ਹ ਹੁੰਦੇ ਨੇ। ਸਵਰ ਊੜਾ, ਆੜਾ, ਈੜੀ ਨਾਲ ਜਦੋਂ ਅਸੀਂ ਚਿੰਨ੍ਹ ਵਰਤਦੇ ਹਾਂ, ਅੱਖਰਾਂ ਦੇ ਨਾਲ ਅਸੀਂ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ, ਤਾਂ ਉਹ ਉਸ ਨੂੰ ਅਸੀਂ ਲਗਾ ਮਾਤਰਾਵਾਂ ਕਹਿੰਦੇ ਹਾਂ। ਉਸ ਤੋਂ ਬਾਅਦ ਸਵਰ ਅੱਖਰਾਂ ਤੋਂ ਸਵਰ ਮੁਹਾਰਨੀ ਬਣਦੀ ਹੈ, ਜਿਹਦਾ ਉਚਾਰਨ ਅਸੀਂ ਕੀਤਾ ਅ, ਆ, ਈ, ਊ, ਏ, ਐ, ਓ। ਉਸ ਤੋਂ ਬਾਅਦ ਇਹ ਸਾਡੀਆਂ ਊੜਾ, ਆੜਾ, ਈੜੀ 3 ਸਵਰਾਂ ਦੇ ਨਾਲ ਸਾਡੀਆਂ 10 ਮਾਤਰਾਵਾਂ ਲੱਗਦੀਆਂ ਨੇ। ਪਰ ਇਹਨਾਂ 3 ਸਵਰਾਂ ਦੇ ਨਾਲ ਸਾਰੀਆਂ ਮਾਤਰਾਵਾਂ ਲੱਗਦੀਆਂ ਨੇ, ਪਰ ਊੜਾ ਨਾਲ 3, ਆੜਾ ਨਾਲ 4, ਈੜੀ ਨਾਲ 3। ਅਸੀਂ ਫਾਰਮੂਲਾ ਯਾਦ ਰੱਖ ਸਕਦੇ ਹਾਂ 343। ਊੜਾ ਨਾਲ 3, ਔਂਕੜ, ਦੁਲੈਂਕੜ ਤੇ ਹੋੜਾ, ਆੜਾ ਨਾਲ 4, ਮੁਕਤਾ, ਕੰਨਾ, ਦੁਲਾਵਾਂ, ਕਨੌੜਾ, ਈੜੀ ਨਾਲ 3, ਸਿਹਾਰੀ, ਬਿਹਾਰੀ ਅਤੇ ਲਾਂ। ਉਸ ਤੋਂ ਬਾਅਦ ਇੱਕ ਇੱਕ ਮਾਤਰਾ ਬਾਰੇ ਦੱਸਿਆ ਹੋਇਆ ਹੈ ਕਿ ਮੁਕਤਾ ਇੱਕ ਅਜਿਹੀ ਲੱਗ ਹੁੰਦੀ ਹੈ ਜਿਹਦਾ ਕੋਈ ਚਿੰਨ੍ਹ ਨਹੀਂ ਹੁੰਦਾ ਔਰ ਇਸ ਦੀ ਆਵਾਜ਼ ਅ ਦੇ ਬਰਾਬਰ ਹੁੰਦੀ ਹੈ। ਜਿਵੇਂ ਦੇਖੋ ਅਸੀਂ ਉਦਾਹਰਨ ਹੈ ਟੱਬ, ਕਣਕ, ਸਰਕਸ। ਇਸ ਲੱਗ ਦਾ ਕੋਈ ਚਿੰਨ੍ਹ ਨਹੀਂ, ਪਰ ਇਸ ਦੀ ਆਵਾਜ਼ ਅ ਦੇ ਬਰਾਬਰ ਹੁੰਦੀ ਹੈ ਔਰ ਇਸ ਨੂੰ ਅਸੀਂ ਮੁਕਤਾ ਲੱਗ ਬੋਲਦੇ ਹਾਂ। ਕੰਨਾ ਜੋ ਉਹ ਅੱਖਰ ਤੋਂ ਅੱਧਾ ਲਿਖਿਆ ਜਾਂਦਾ ਹੈ। ਜਿਵੇਂ ਅਸੀਂ ਲਿਖਦੇ ਹਾਂ ਤ ਪਲੱਸ ਬ ਪਲੱਸ ਲਾ, ਇਸ ਦੀ ਜੋ ਆਵਾਜ਼ ਆ ਉਹ ਆ ਦੇ ਬਰਾਬਰ ਹੁੰਦੀ ਹੈ। ਸਿਹਾਰੀ ਇਹ ਅੱਖਰ ਤੋਂ ਪਹਿਲਾਂ ਤੇ ਇਸ ਦੀ ਆਵਾਜ਼ ਛੋਟੀ ਹੁੰਦੀ ਹੈ, ਈ। ਬਿਹਾਰੀ ਦੀ ਆਵਾਜ਼ ਈ। ਔਂਕੜ ਦੀ ਆਵਾਜ਼ ਊ। ਇਹ ਅੱਖਰ ਦੇ ਥੱਲੇ ਲੱਗਦਾ ਹੈ, ਜਿਸ ਤਰ੍ਹਾਂ ਪੱਪੇ ਔਂਕੜ ਪੁ, ਲ, ਪੁਲ। ਉਸ ਤੋਂ ਬਾਅਦ ਹੈ ਦੁਲੈਂਕੜ ਦੀ ਆਵਾਜ਼ ਆ ਉਹ ਲੰਬੀ ਹੁੰਦੀ ਹੈ, ਊ ਦੇ ਬਰਾਬਰ ਹੁੰਦੀ ਹੈ। ਜਿਵੇਂ ਅਸੀਂ ਲਿਖਦੇ ਹਾਂ ਸੂਰਜ, ਸਸਤੇ ਦੁਲੈਂਕੜ ਸੂ, ਰ, ਜ, ਸੂਰਜ। ਉਸ ਤੋਂ ਬਾਅਦ ਹੈ ਲਾਂ ਦੀ ਜੋ ਆਵਾਜ਼ ਆ ਉਹ ਏ ਦੇ ਬਰਾਬਰ ਹੁੰਦੀ ਹੈ, ਇਹ ਅੱਖਰ ਦੇ ਉੱਤੇ ਲੱਗਦਾ ਹੈ। ਜਿਵੇਂ ਅਸੀਂ ਲਿਖਦੇ ਹਾਂ ਸੇਬ, ਸ ਨੂੰ ਲਾਂ ਲਾਉਣੇ ਹੈ ਪਲੱਸ ਬ, ਸੇ ਪਲੱਸ ਬ, ਸੇਬ। ਦੁਲਾਵਾਂ ਇਹ ਅੱਖਰ ਦੇ ਉੱਤੇ ਲੱਗਦੀ ਹੈ ਔਰ ਇਸ ਦੀ ਆਵਾਜ਼ ਐ ਦੇ ਬਰਾਬਰ ਹੁੰਦੀ ਹੈ। ਜਿਵੇਂ ਅਸੀਂ ਲਿਖਦੇ ਹਾਂ ਐਤਵਾਰ, ਐ ਤ ਵਾ ਰ, ਐਤਵਾਰ। ਉਸ ਤੋਂ ਬਾਅਦ ਹੋੜਾ ਦੀ ਜੋ ਆਵਾਜ਼ ਆ ਉਹ ਦੇ ਬਰਾਬਰ ਹੁੰਦੀ ਹੈ। ਜਿਵੇਂ ਅਸੀਂ ਲਿਖਦੇ ਹਾਂ ਮੋਰ, ਮੰਮੀ ਨੂੰ ਹੋੜਾ, ਮੋਰ। ਕਨੌੜਾ ਦੀ ਆਵਾਜ਼ ਔ ਦੇ ਬਰਾਬਰ ਹੁੰਦੀ ਹੈ, ਲੰਬੀ ਆਵਾਜ਼ ਹੁੰਦੀ ਹੈ। ਅਸੀਂ ਜਿਵੇਂ ਲਿਖਦੇ ਹਾਂ ਔਰਤ, ਆੜੇ ਕਨੌੜਾ ਔਰਤ, ਔਰਤ। ਉਸ ਤੋਂ ਬਾਅਦ ਹੈ ਲਗਾਖਰ ਕੀ ਹੁੰਦੇ ਨੇ? ਇਹ ਲਗ ਪਲੱਸ ਅੱਖਰ, ਇਹ ਹਮੇਸ਼ਾ ਲਗਾਂ ਦੇ ਨਾਲ ਯੂਜ਼ ਹੁੰਦੇ ਨੇ, ਕਦੇ ਵੀ ਲਗਾਖਰ ਇਕੱਲੇ ਵਰਤੋਂ ਵਿੱਚ ਨਹੀਂ ਆਉਂਦੇ। ਜਿਵੇਂ ਦੇਖੋ ਅਸੀਂ ਸ਼ਬਦ ਲਿਖਦੇ ਹਾਂ ਅੰਬ, ਅ ਪਲੱਸ ਬ, ਅਬ। ਜਦੋਂ ਅਸੀਂ ਇਹਦੇ ਨਾਲ ਟਿੱਪੀ ਲਗਾਉਂਦੇ ਹਾਂ ਤਾਂ ਅਸੀਂ ਇਹ ਸਮਝਦੇ ਹਾਂ ਕਿ ਅ ਅਤੇ ਬ ਨੂੰ ਕੋਈ ਲਗ ਨਹੀਂ, ਜਦ ਕਿ ਅ ਅਤੇ ਬ ਦੇ ਨਾਲ ਦੋਨਾਂ ਅੱਖਰਾਂ ਦੇ ਨਾਲ ਮਾਤਰਾ ਹੈ। ਕਿਹੜੀ ਮਾਤਰਾ? ਮੁਕਤਾ ਮਾਤਰਾ ਅਸੀਂ ਯੂਜ਼ ਕੀਤੀ ਹੈ, ਪਰ ਇਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ, ਇਸ ਦੀ ਆਵਾਜ਼ ਅ ਦੇ ਬਰਾਬਰ ਹੁੰਦੀ ਹੈ। ਅ ਪਲੱਸ ਬ, ਅਬ। ਇਹਦੇ ਨਾਲ ਅਸੀਂ ਮੁਕਤਾ ਲਗ ਦੀ ਵਰਤੋਂ ਕੀਤੀ ਹੈ ਔਰ ਲਗਾ ਮਾਤਰਾਵਾਂ ਦੇ ਨਾਲ ਅਸੀਂ ਲਗਾਖਰ ਵਰਤਦੇ ਹਾਂ ਤਾਂ ਅਸੀਂ ਅ ਦੇ ਉੱਤੇ ਟਿੱਪੀ ਲਗਾਈ ਪਲੱਸ ਬ, ਅੰਬ। ਉਸ ਤੋਂ ਬਾਅਦ ਹੈ ਲਗਾਖਰ ਨੇ ਜਿਹੜੇ ਇਹ ਸਾਡੇ ਪੰਜਾਬੀ ਦੇ ਵਿੱਚ 3 ਹੁੰਦੇ ਨੇ, ਬਿੰਦੀ, ਟਿੱਪੀ ਤੇ ਅੱਧਕ। ਜੋ ਬਿੰਦੀ, ਟਿੱਪੀ, ਅੱਧਕ ਨੇ
ਇਹਨਾਂ ਦੀ ਜੋ ਵਰਤੋਂ ਹੈ ਉਹ ਹਮੇਸ਼ਾ ਲਗਾ ਮਾਤਰਾਵਾਂ ਦੇ ਨਾਲ ਹੁੰਦੀ ਹੈ। ਬਿੰਦੀ ਦੀ ਵਰਤੋਂ ਅਸੀਂ 6 ਲਗਾ ਨਾਲ ਕਰਦੇ ਹਾਂ, ਟਿੱਪੀ ਦੀ ਵਰਤੋਂ ਅਸੀਂ 4 ਲਗਾ ਨਾਲ ਕਰਦੇ ਹਾਂ ਅਤੇ ਅੱਧਕ ਦੀ ਵਰਤੋਂ ਅਸੀਂ 3 ਮਾਤਰਾਵਾਂ ਦੇ ਨਾਲ ਕਰਦੇ ਹਾਂ। ਉਸ ਤੋਂ ਪਹਿਲਾਂ ਅਸੀਂ ਪੜ੍ਹਿਆ ਸੀ ਲਗਾਂ ਬਾਰੇ ਕਿ ਲਗਾਂ ਨੇ ਜਿਹੜੀਆਂ ਉਹ 2 ਕਿਸਮ ਦੀਆਂ ਹੁੰਦੀਆਂ ਨੇ, ਹਸਰਵ ਤੇ ਦੀਰਘ। ਜੋ ਹਸਰਵ ਲਗਾਂ ਨੇ ਉਹ ਕਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਬੋਲਣ ਸਮੇਂ ਘੱਟ ਸਮਾਂ ਲੱਗਦਾ ਹੈ ਔਰ ਇਹ ਨਿੱਕੀ ਆਵਾਜ਼ ਵਾਲੀਆਂ ਹੁੰਦੀਆਂ ਨੇ। ਇਹ 3 ਹੁੰਦੀਆਂ ਨੇ, ਮੁਕਤਾ, ਸਿਹਾਰੀ ਅਤੇ ਔਂਕੜ। ਜਿਹੜੀਆਂ ਦੀਰਘ ਲਗਾਂ ਨੇ ਉਹ ਬੋਲਣ ਸਮੇਂ ਜ਼ਿਆਦਾ ਸਮਾਂ ਲੈਂਦੀਆਂ ਨੇ ਔਰ ਵੱਡੀ ਆਵਾਜ਼ ਵਾਲੀਆਂ ਅਖਵਾਉਂਦੀਆਂ ਨੇ। ਇਹ 7 ਹੁੰਦੀਆਂ ਨੇ, ਕੰਨਾ, ਬਿਹਾਰੀ, ਦੁਲੰਕੜ, ਲਾਂ, ਦੁਲਾਵਾਂ ਤੇ ਹੋੜਾ। ਉਸ ਤੋਂ ਬਾਅਦ ਹੈ ਇਸੇ ਟੌਪਿਕ ਦੇ ਰਿਲੇਟਡ ਅਰਥ ਭੇਦ। ਇੱਕ ਛੋਟਾ ਜਿਹਾ ਪੁਆਇੰਟ ਹੈ ਇਸ ਚੈਪਟਰ ਦਾ, ਅਰਥ ਭੇਦ। ਅਰਥ ਭੇਦ ਕੀ ਹੁੰਦੇ ਨੇ? ਜਿਵੇਂ ਹੁਣ ਦੇਖੋ ਅਸੀਂ ਪੜ੍ਹਿਆ ਲਗਾਖਰ, ਲਗਾ ਮਾਤਰਾਵਾਂ ਦੇ ਨਾਲ ਵਰਤੋਂ ਵਿੱਚ ਆਉਣ ਵਾਲੇ ਚਿੰਨ੍ਹਾਂ ਨੂੰ ਅਸੀਂ ਬੋਲਦੇ ਹਾਂ ਲਗਾਖਰ। ਇਹ 3 ਹੁੰਦੇ ਨੇ, ਬਿੰਦੀ, ਟਿੱਪੀ ਤੇ ਅੱਧਕ। ਜਦੋਂ ਅਸੀਂ ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ ਨਹੀਂ ਕਰਦੇ ਜਾਂ ਅਸੀਂ ਜ਼ਿਆਦਾ ਵਰਤੋਂ ਕਰਦੇ ਹਾਂ, ਬੇਲੋੜੀ ਵਰਤੋਂ ਕਰਦੇ ਹਾਂ, ਤਾਂ ਉਸ ਸਮੇਂ ਸ਼ਬਦਾਂ ਦੇ ਅਰਥਾਂ ਵਿੱਚ ਬਹੁਤ ਸਾਰਾ ਅੰਤਰ ਆ ਜਾਂਦਾ ਹੈ। ਉਸ ਅੰਤਰ ਨੂੰ ਅਸੀਂ ਅਰਥ ਭੇਦ ਕਹਿੰਦੇ ਹਾਂ। ਉਸ ਅੰਤਰ ਨੂੰ ਅਸੀਂ ਅਰਥ ਭੇਦ ਕਹਿੰਦੇ ਹਾਂ। ਜਦੋਂ ਅਸੀਂ ਬਿੰਦੀ, ਟਿੱਪੀ ਤੇ ਅੱਧਕ ਦੀ ਵਰਤੋਂ ਜਾਂ ਤਾਂ ਬਿਲਕੁਲ ਨਹੀਂ ਕਰਦੇ ਜਾਂ ਅਸੀਂ ਵੱਧ ਕਰਦੇ ਹਾਂ, ਉਸ ਨੂੰ ਉਸ ਸਮੇਂ ਦੋਹਾਂ ਸ਼ਬਦਾਂ ਦੇ ਭੇਦਾਂ ਵਿੱਚ ਕੀ ਆਉਂਦਾ ਹੈ? ਅੰਤਰ ਆਉਂਦਾ ਹੈ, ਤਾਂ ਉਸ ਅੰਤਰ ਨੂੰ ਅਸੀਂ ਅਰਥ ਭੇਦ ਕਹਿੰਦੇ ਹਾਂ। ਫੋਰ ਐਗਜ਼ਾਮਪਲ ਦੇਖੋ, ਜਿਵੇਂ ਅਸੀਂ ਬਿੰਦੀ ਦੀ ਵਰਤੋਂ ਕਰਕੇ ਅਸੀਂ ਅਰਥ ਭੇਦ ਸਮਝਦੇ ਹਾਂ। ਜਿਵੇਂ ਅਸੀਂ ਲਿਖਦੇ ਹਾਂ ਸੌਦਾ ਅਤੇ ਸੌਂਦਾ। ਸੌਦਾ ਦੇ ਵਿੱਚ ਕੋਈ ਬਿੰਦੀ ਨਹੀਂ, ਸੌਂਦਾ ਦੇ ਵਿੱਚ ਸਿਰਫ ਇੱਕ ਬਿੰਦੀ ਦੀ ਵਰਤੋਂ ਹੈ। ਸੌਦਾ ਹੁੰਦਾ ਗਾ ਸਾਈ, ਕਿਸੇ ਨਾਲ ਬਿਆਨਾ ਕਰਨਾ, ਸੌਦਾ ਉਸਦੀ ਜ਼ਮੀਨ ਦਾ ਸੌਦਾ ਹੋ ਗਿਆ ਹੈ। ਸੌਂਦਾ ਮੀਨਸ ਸੌਣਾ, ਉਹ ਰੋਜ਼ 1 ਘੰਟਾ ਸੌਂਦਾ ਹੈ। ਉਸ ਤੋਂ ਬਾਅਦ ਹੈ ਟਿੱਪੀ ਲਗਾਖਰ। ਟਿੱਪੀ ਲਗਾਖਰ ਦੇ ਵਿੱਚ ਅਸੀਂ ਅਰਥ ਭੇਦ ਕਿਵੇਂ ਕਰਦੇ ਹਾਂ? ਖੱਡ ਔਰ ਖੰਡ, ਖੱਡ ਦੇ ਉੱਤੇ ਅੱਧਕ ਹੈ, ਖੰਡ ਦੇ ਉੱਤੇ ਟਿੱਪੀ ਹੈ। ਤਾਂ ਦੋਹਾਂ ਸ਼ਬਦਾਂ ਦੇ ਵਿੱਚ ਅੱਧਕ, ਟਿੱਪੀ ਤੇ ਅੱਧਕ ਦੇ ਵਿੱਚ ਕੀ ਡਿਫਰੈਂਸ ਹੈ? ਜੋ ਅੱਧਕ ਖੱਡ ਹੈ ਉਸਦਾ ਮੀਨਿੰਗ ਹੈ ਖਾਈ, ਇਹ ਖੱਡ ਬਹੁਤ ਡੂੰਘੀ ਹੈ। ਖੰਡ ਟਿੱਪੀ ਨਾਲ ਹੈ ਚੀਨੀ, ਖੰਡ ਗੰਨੇ ਤੋਂ ਬਣਦੀ ਹੈ। ਉਸ ਤੋਂ ਬਾਅਦ ਹੈ ਅੱਧਕ ਲਗਾਖਰ। ਜੋ ਅੱਧਕ ਲਗਾਖਰ ਹੈ ਉਸਦੀ ਅਸੀਂ ਵਰਤੋਂ ਕਰਨ ਨਾਲ ਜਾਂ ਨਾ ਕਰਨ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ। ਜਿਵੇਂ ਇੱਕ ਸ਼ਬਦ ਹੈ ਸਦੀ, ਇੱਕ ਸ਼ਬਦ ਹੈ ਸਦੀ। ਸਦੀ ਦੇ ਵਿੱਚ ਕੋਈ ਅੱਧਕ ਨਹੀਂ, ਸਦੀ ਵਿੱਚ ਅਸੀਂ ਅੱਧਕ ਦੀ ਵਰਤੋਂ ਕੀਤੀ ਹੈ। ਤਾਂ ਸਦੀ ਮੀਨਸ 100 ਸਾਲ, 100 ਸਾਲ ਨੂੰ ਅਸੀਂ ਸਦੀ ਬੋਲਦੇ ਹਾਂ। 20ਵੀਂ ਸਦੀ ਵਿਗਿਆਨ ਦੀ ਸਦੀ ਅਖਵਾਉਂਦੀ ਹੈ। ਸਦੀ ਮੀਨਸ ਕਿਸੇ ਨੂੰ ਬੁਲਾਉਣਾ, ਕਿ ਜਿਵੇਂ ਅਸੀਂ ਇੱਕ ਅਖਾਣ ਦੇ ਵਿੱਚ ਵਰਤਦੇ ਹਾਂ, ਸਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਤਾਂ ਅਸੀਂ ਇਸ ਤੋਂ ਬਿਨਾਂ ਕੋਈ ਵੀ ਹੋਰ ਵਾਕਾਂ ਦੀ ਵਰਤੋਂ ਕਰ ਸਕਦੇ ਹਾਂ। ਸੱਦੀ, ਉਸ ਨੂੰ ਮੈਂ ਸੱਦਿਆ ਨਹੀਂ ਸੀ, ਜਾਂ ਉਹ ਬਿਨਾਂ ਸੱਦੀ ਹੀ ਆ ਗਈ, ਜਾਂ ਉਹ ਬਿਨਾਂ ਸੱਦੇ ਹੀ ਆ ਗਏ। ਤਾਂ ਸਦੀ ਮੀਨਸ 100 ਸਾਲ, ਸੱਦੀ ਮੀਨਸ ਬੁਲਾਉਣਾ। ਤਾਂ ਇਹ ਸੀ ਪਿਆਰੇ ਵਿਦਿਆਰਥੀਓ ਆਪਣਾ ਲੈਂਗੁਏਜ ਬੁੱਕ ਦਾ ਚੈਪਟਰ ਨੰਬਰ 3 ਅੱਖਰ ਜਾਂ ਵਰਨ ਬੋਧ, ਜਿਸ ਵਿੱਚ ਛੋਟੇ ਛੋਟੇ ਪੁਆਇੰਟ ਰਿਲੇਟਡ ਨੇ ਅੱਖਰ ਜਾਂ ਵਰਨ ਬੋਧ, ਲਿਪੀ, ਲਗਾਂ, ਲਗਾਖਰ ਅਤੇ ਅਰਥ ਭੇਦ। ਥੈਂਕ ਯੂ।